Good afternoon, students. Today we are going to start the next chapter, that is the dissolution of partnership firm. So it's written, sorry, we are closed. Means the firm is closed. ਜਿਹੜੀ partnership firm ਆ ਉਹ shut down ਹੋ ਗਈ ਹੈ, dissolved ਹੋ ਗਈ ਹੈ, ਬੰਦ ਹੋ ਗਈ ਹੈ, wind up ਹੋ ਗਈ ਆ. So it means the same. That's why they have written, sorry, we are closed. So what do you understand by dissolution of partnership firm? Dissolution ਦਾ ਮਤਲਬ dissolve ਹੋਣਾ, ਮਤਲਬ ਕਿ ਜਿਹੜਾ ਬਿਲਕੁਲ ਖਤਮ ਹੋ ਜਾਣਾ, end ਹੋ ਗਿਆ ਜਿੱਦਾਂ. So partnership firm is entirely different from the dissolution of the partnership. Partnership firm ਦਾ dissolve ਹੋਣਾ and ਇੱਕ partnership ਦਾ dissolve ਹੋਣਾ, ਦੋਵਾਂ ਦੇ ਵਿੱਚ ਬਹੁਤ difference ਆ. Dissolution of the firm leads to complete closure of the partnership business. ਜਦੋਂ ਫਰਮ ਡਿਜ਼ੋਲਵ ਹੋ ਗਈ ਇਟ ਮੀਨਸ ਕਿ ਪੂਰਾ ਕੰਪਲੀਟ ਪ੍ਰੋਸੀਜਰ ਹੀ ਬਿਜ਼ਨਸ ਦਾ ਜਿਹੜਾ ਆ ਉਹ ਬੰਦ ਹੋ ਚੁੱਕਿਆ ਆ. ਇਨ ਕੇਸ ਆਫ ਡਿਸੋਲੂਸ਼ਨ ਆਫ ਪਾਰਟਨਰਸ਼ਿਪ, ਜਦੋਂ ਪਾਰਟਨਰਸ਼ਿਪ ਡਿਜ਼ੋਲਵ ਹੁੰਦੀ ਆ ਉਦੋਂ ਬਿਜ਼ਨਸ ਐਂਡ ਨਹੀਂ ਹੁੰਦਾ, ਬਿਜ਼ਨਸ ਕੰਟੀਨਿਊ ਰਹਿੰਦਾ ਆ ਵਿਦ ਦਾ ਨਿਊ ਐਗਰੀਮੈਂਟ. ਮੀਨਸ ਕਿ ਜਿਹੜੇ ਪਾਰਟਨਰਸ ਨੇ ਉਹ ਦੁਬਾਰਾ ਤੋਂ ਕੰਟਰੈਕਟ ਸਾਈਨ ਕਰਦੇ ਆ, ਇੱਕ ਨਵਾਂ ਐਗਰੀਮੈਂਟ ਬਣਾਉਂਦੇ ਆ. ਬਟ ਇਨ ਡਿਸੋਲੂਸ਼ਨ ਆਫ ਫਰਮ ਬਿਜ਼ਨਸ ਵਿਲ ਨਾਟ ਕੰਟੀਨਿਊ. ਜਦੋਂ ਇੱਕ ਡਿਸੋਲੂਸ਼ਨ ਆਫ ਪਾਰਟਨਰਸ਼ਿਪ ਫਰਮ ਹੋ ਗਈ ਆ, ਫਰਮ ਹੀ ਡਿਜ਼ੋਲਵ ਹੋ ਗਈ ਆ, then the business will not continue. Dissolution of partnership. Any change in the relation between partner leads to dissolution of partnership. ਜਦੋਂ ਪਾਰਟਨਰਸ ਦੇ ਆਪਸ ਦੇ ਵਿੱਚ ਕੋਈ ਰਿਲੇਸ਼ਨ ਚੇਂਜ ਹੁੰਦੇ ਆ, ਆਪਸ ਵਿੱਚ ਉਹਨਾਂ ਦੇ ਕੋਈ ਕੰਟਰੈਕਟ, ਕੋਈ ਟਰਮਸ ਐਂਡ ਕੰਡੀਸ਼ਨਸ ਚੇਂਜ ਹੋ ਗਈਆਂ, ਉਦੋਂ ਪਾਰਟਨਰਸ਼ਿਪ ਡਿਜ਼ੋਲਵ ਹੋ ਜਾਂਦੀ ਆ. ਐਟ ਦੈਟ ਟਾਈਮ ਚੇਂਜ ਇਨ ਦਾ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਬਿਟਵੀਨ ਪਾਰਟਨਰਸ. ਮੀਨਸ ਪਾਰਟਨਰਸ ਦੇ ਵਿੱਚ ਆਪਸ ਦੇ ਵਿੱਚ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਜਿਹੜਾ ਚੇਂਜ ਹੋ ਜਾਂਦਾ ਆ, ਵਿਚ ਵੀ ਹੈਵ ਸਟੱਡੀਡ ਟਿਲ ਯੈਟ ਇਨ ਦਾ ਪ੍ਰੀਵੀਅਸ ਚੈਪਟਰ. ਹੁਣ ਤੱਕ ਤੁਸੀਂ ਜਿੰਨੇ ਵੀ ਚੈਪਟਰਸ ਕਰਕੇ ਆਏ ਹੋ, ਚੇਂਜ ਇਨ PSR ਅਮੰਗ ਐਗਜ਼ਿਸਟਿੰਗ ਪਾਰਟਨਰ, ਐਡਮਿਸ਼ਨ ਆਫ ਅ ਪਾਰਟਨਰ, ਰਿਟਾਇਰਮੈਂਟ ਆਫ ਅ ਪਾਰਟਨਰ, ਡੈਥ ਆਫ ਅ ਪਾਰਟਨਰ, ਸਾਰਿਆਂ ਦੇ ਵਿੱਚ ਰੇਸ਼ੋ ਕੀਪਸ ਔਨ ਚੇਂਜਿੰਗ. ਮੀਨਸ ਕਿ ਪਾਰਟਨਰਸ ਦੇ ਆਪਸ ਦੇ ਵਿੱਚ ਜਿਹੜੀ ਰਿਲੇਸ਼ਨਸ਼ਿਪ ਆ ਦੈਟ ਇਜ਼ ਨਾਟ ਫਿਕਸਡ. ਸੋ ਕੁਛ ਨਾ ਕੁਛ ਚੇਂਜ ਹੁੰਦਾ ਹੀ ਜਾ ਰਿਹਾ. ਦੈਟ ਇਜ਼ ਅ ਡਿਸੋਲੂਸ਼ਨ ਆਫ ਪਾਰਟਨਰਸ਼ਿਪ. In all these cases, dissolution of partnership takes place. At the time of dissolution of partnership, the business can continue with the new agreement. ਅਗਰ ਪਾਰਟਨਰਸ਼ਿਪ ਡਿਜ਼ੋਲਵ ਹੋ ਰਹੀ ਆ ਤੇ ਜਿਹੜਾ ਬਿਜ਼ਨਸ ਆ ਉਹ ਨਿਊ ਐਗਰੀਮੈਂਟ ਦੇ ਨਾਲ ਕੰਟੀਨਿਊ ਰਹਿੰਦਾ ਆ. ਹੁਣ ਰੀਜ਼ਨਸ ਕੀ ਨੇ ਫॉर ਡਿਸੋਲੂਸ਼ਨ ਆਫ ਪਾਰਟਨਰਸ਼ਿਪ? ਐਡਮਿਸ਼ਨ ਆਫ ਅ ਨਿਊ ਪਾਰਟਨਰ. ਜਦੋਂ ਨਵਾਂ ਪਾਰਟਨਰ ਕੋਈ ਐਡਮਿਟ ਹੋਇਆ ਉਦੋਂ ਵੀ ਫਰਮ ਪਾਰਟਨਰ ਜਿਹੜੇ ਆਪਸ ਦੇ ਵਿੱਚ ਕੰਟਰੈਕਟ ਰਿਵਾਈਜ਼ ਕਰਦੇ ਆ. ਰਿਟਾਇਰਮੈਂਟ ਐਂਡ ਡੈਥ ਆਫ ਐਨ ਐਗਜ਼ਿਸਟਿੰਗ ਪਾਰਟਨਰ. ਜਦੋਂ ਐਗਜ਼ਿਸਟਿੰਗ ਪਾਰਟਨਰ ਦੇ ਵਿੱਚੋਂ ਕੋਈ ਪਾਰਟਨਰ ਰਿਟਾਇਰ ਹੋ ਗਿਆ ਜਾਂ ਉਹਦੀ ਡੈਥ ਹੋ ਗਈ ਉਦੋਂ ਵੀ ਰੇਸ਼ੋ ਰਿਵਾਈਜ਼ ਹੁੰਦੇ ਆ. ਜਾਂ ਫਿਰ ਐਗਜ਼ਿਸਟਿੰਗ ਪਾਰਟਨਰ ਦੇ ਵਿੱਚ ਹੀ ਪ੍ਰੋਫਿਟ ਸ਼ੇਅਰਿੰਗ ਰੇਸ਼ੋ ਚੇਂਜ ਹੋਇਆ ਆ. ਐਂਡ ਦ ਨੈਕਸਟ ਇਜ਼ ਐਮੈਲਗਮੇਸ਼ਨ ਆਫ ਫਰਮ. ਇਟ ਮੀਨ ਜਦੋਂ ਦੋ ਫਰਮ ਆਪਸ ਦੇ ਵਿੱਚ ਮਰਜ ਹੋ ਜਾਂਦੀਆਂ, ਕੰਬਾਈਨਡ ਹੋ ਜਾਂਦੀਆਂ ਆ. ਸੋ ਇਨ ਆਲ ਦਾ ਅਬਵ ਕੇਸਿਸ ਦਾ ਫਰਮ ਕੈਨ ਕੰਟੀਨਿਊ ਇਟਸ ਬਿਜ਼ਨਸ ਵਿਦ ਅ ਨਿਊ ਐਗਰੀਮੈਂਟ. ਇਹਦੇ ਵਿੱਚ ਕੀ ਫਰਮ ਕੰਟੀਨਿਊ ਰਹੇਗੀ, ਕੋਈ ਵੀ ਫਰਮ ਜਿਹੜਾ ਡਿਜ਼ੋਲਵ ਨਹੀਂ ਹੁੰਦੀ ਆ, ਆਪਾਂ ਦੁਬਾਰਾ ਤੋਂ ਕੰਟਰੈਕਟ ਸਾਈਨ ਕਰਕੇ ਬਿਜ਼ਨਸ ਨੂੰ ਕੰਟੀਨਿਊ ਕਰ ਸਕਦੇ ਹਾਂ. ਫਰਮ ਨੂੰ ਬੰਦ ਕਰਨ ਦੀ ਜ਼ਰੂਰਤ ਨਹੀਂ ਆ. ਬਟ ਦੇਰ ਇਜ਼ ਅ ਚੇਂਜ, ਦੇਰ ਇਜ਼ ਅ ਡਿਫਰੈਂਸ ਇਫ ਦ ਡਿਸੋਲੂਸ਼ਨ ਆਫ ਫਰਮ ਇਜ਼ ਦੇਅਰ, ਪਾਰਟਨਰਸ਼ਿਪ ਫਰਮ ਇਜ਼ ਦੇਅਰ. ਨਾ ਅਗਰ ਪਾਰਟਨਰਸ਼ਿਪ ਫਰਮ ਆ ਤਾਂ ਉਹਦੇ ਵਿੱਚ ਕੀ ਆ, ਦੇਰ ਇਜ਼ ਅ ਕੰਪਲੀਟ ਕਲੋਜ਼ਰ ਆਫ ਦ ਬਿਜ਼ਨਸ. ਕੋਈ ਪ੍ਰੋਡਕਸ਼ਨ ਨਹੀਂ ਚੱਲਦਾ, ਕੋਈ ਸੇਲ ਨਹੀਂ ਹੁੰਦੀ, ਕੋਈ ਅੱਗੇ ਫਰਦਰ ਕੋਈ ਕੰਟਰੈਕਟ ਸਾਈਨ ਨਹੀਂ ਹੋਏਗਾ, ਕੋਈ ਨਿਊ ਐਗਰੀਮੈਂਟ ਨਹੀਂ ਬਣੇਗਾ. ਦ ਫਰਮ ਇਜ਼ ਕੰਪਲੀਟਲੀ ਕਲੋਜ਼ਡ. ਇਹਨੂੰ ਆਪਾਂ ਵਾਈਂਡਿੰਗ ਅਪ ਵੀ ਬੋਲ ਦਿੰਦੇ ਹਾਂ, ਸ਼ਟ ਡਾਊਨ ਵੀ ਬੋਲ ਦਿੰਦੇ ਹਾਂ. ਸੋ ਇਹਦਾ ਮਤਲਬ ਕੀ ਹੈ, ਫਰਮ ਦਾ ਡਿਜ਼ੋਲਵ ਹੋਣਾ. ਇਟ ਮੀਨਸ ਕਿ ਫਰਮ ਜਿਹੜੀ ਆ ਉਹ ਬਿਲਕੁਲ ਐਂਡ ਹੋ ਗਈ. ਐਟ ਦਾ ਟਾਈਮ ਆਫ ਡਿਸੋਲੂਸ਼ਨ ਆਫ ਫਰਮਸ ਆਲ ਦਾ ਐਸੈਟਸ ਆਫ ਦਾ ਫਰਮ ਆਰ ਸੋਲਡ. ਨਾ ਜਦੋਂ ਫਰਮ ਬੰਦ ਹੀ ਹੋ ਗਈ ਆ ਅਤੇ ਫਰਮ ਦੇ ਵਿੱਚ ਜਿਹੜੇ ਐਸੈਟਸ ਨੇ, ਜਿਹੜੇ ਕੋਈ ਪਲਾਂਟ ਐਂਡ ਮਸ਼ੀਨਰੀ ਆ, ਸਟਾਕ ਆ, ਆਪਣੇ ਲੈਂਡ ਐਂਡ ਬਿਲਡਿੰਗ ਆ, ਉਹਦਾ ਆਪਾਂ ਕੀ ਕਰਨਾ ਆ, ਠੀਕ ਆ, ਦੈਟ ਆਰ ਸੋਲਡ. ਉਹਨੂੰ ਆਪਾਂ ਵੇਚ ਦਿੰਦੇ ਹਾਂ. ਐਂਡ ਜਿਹੜਾ ਉਹਨਾਂ ਨੂੰ ਵੇਚ ਕੇ ਜਿਹੜਾ ਕੈਸ਼ ਆਉਂਦਾ ਆ ਉਹਦੇ ਨਾਲ ਆਪਾਂ ਲਾਇਬਿਲਿਟੀਜ਼ ਆਪਣੀਆਂ ਪੇਡ ਆਫ ਕਰ ਦਿੰਦੇ ਹਾਂ. ਲਾਇਬਿਲਿਟੀ ਉਹ ਅਮਾਊਂਟ ਆ ਜਿਨ੍ਹਾਂ ਨੇ ਤੁਹਾਨੂੰ ਡਿਊਰਿੰਗ ਦਾ ਬਿਜ਼ਨਸ ਪ੍ਰੋਸੈਸ ਤੁਹਾਨੂੰ ਫਾਈਨੈਂਸ਼ੀਅਲੀ ਹੈਲਪ ਕੀਤਾ ਹੁੰਦਾ ਆ, ਐਂਡ ਤੁਸੀਂ ਉਹਨਾਂ ਦੇ ਡਿਊਜ਼ ਪੇ ਕਰਨੇ ਹੁੰਦੇ ਆ. ਕ੍ਰੈਡੀਟਰਸ ਹੋ ਗਏ, ਲੋਨ ਹੋ ਗਿਆ ਕੋਈ. ਸੋ ਦੀਜ਼ ਆਲ ਆਰ ਦੀ ਲਾਇਬਿਲਿਟੀਜ਼. ਸੋ ਐਸੈਟਸ ਨੂੰ ਵੇਚ ਕੇ ਜਿਹੜਾ ਕੈਸ਼ ਆਏਗਾ ਉਹਦੇ ਨਾਲ ਤੁਸੀਂ ਲਾਇਬਿਲਿਟੀ ਦੀ ਪੇਮੈਂਟ ਕਰ ਦੋਗੇ. ਇਫ ਦੇਰ ਇਜ਼ ਐਨੀ ਕੈਸ਼ ਬੈਲੈਂਸ ਲੈਫਟ, ਉਹ ਲਾਇਬਿਲਿਟੀ ਪੇਡ ਆਫ ਕਰਨ ਤੋਂ ਬਾਅਦ ਅਗਰ ਫਿਰ ਵੀ ਤੁਹਾਡੇ ਕੋਲ ਕੈਸ਼ ਕੋਈ ਬਚਿਆ ਜਾਂ ਲੈਫਟ ਆ, ਦੈਨ ਉਹ ਪਾਰਟਨਰਸ ਦੇ ਵਿੱਚ ਉਹਨਾਂ ਦੇ ਪ੍ਰੋਫਿਟ ਸ਼ੇਅਰਿੰਗ ਰੇਸ਼ੋ 'ਚ ਡਿਸਟਰੀਬਿਊਟ ਹੋ ਜਾਂਦਾ ਆ.
ਸੋ ਡਿਸਾਈਡਡ ਟੂ ਕਲੋਜ਼ ਦਾ ਬਿਜ਼ਨਸ ਕਲੋਜ਼ ਹੋਇਆ, ਐਸਟ ਸੋਲਡ ਹੋਏ, ਜਿਹੜਾ ਕੈਸ਼ ਆਇਆ ਉਹਦੇ ਨਾਲ ਲਾਇਬਿਲਿਟੀਜ਼ ਪੇਡ ਆਫ ਕੀਤੀਆਂ, ਐਂਡ ਇਫ ਐਨੀ ਕੈਸ਼ ਬੈਲੈਂਸ ਇਜ਼ ਲੈਫਟ ਦੈਨ ਇਟ ਇਜ਼ ਡਿਸਟਰੀਬਿਊਟਡ ਅਮੰਗ ਦਾ ਪਾਰਟਨਰਸ। ਹਾਂ, ਕਈ ਵਾਰੀ ਕੀ ਹੁੰਦਾ ਹੈ ਕਿ ਮੰਨ ਲਓ ਕੋਈ ਕ੍ਰੈਡੀਟਰ ਆ, ਉਹਨਾਂ ਨੂੰ ਆਪਾਂ ਪੇਮੈਂਟ ਕਰਨੀ ਹੈ ਤਾਂ ਉਹ ਕੈਸ਼ 'ਚ ਪੇਮੈਂਟ ਲੈਣ ਦੀ ਬਜਾਏ ਕਈ ਵਾਰੀ ਕਹਿੰਦੇ ਆ ਕਿ ਸਾਡਾ ਐਸਟਸ ਤੁਸੀਂ ਜਿਹੜਾ ਕੰਪਨੀ ਦਾ ਜਿਹੜਾ ਐਸਟ ਆ ਉਹ ਮੈਂ ਟੇਕ ਓਵਰ ਕਰ ਲੈਣਾ, ਵਿਚ ਮੀਨਸ ਤੁਸੀਂ ਮੈਨੂੰ ਕੈਸ਼ ਨਾ ਦਿਓ, ਮੈਨੂੰ ਮੇਰੀ ਪੇਮੈਂਟ ਕਲੀਅਰ ਕਰਨ ਲਈ ਇਨ ਰਿਟਰਨ 'ਚ ਤੁਸੀਂ ਆਪਣੀ ਕੰਪਨੀ ਦਾ ਐਸਟ ਦੇ ਦਿਓ। ਸੋ ਇਟ ਕੈਨ ਆਲਸੋ ਬੀ ਦੇਅਰ। Now, what is the difference between dissolution of partnership and dissolution of firm? The first is meaning change in the relation of partnership among different partners. Partnership ਦੇ ਵਿੱਚ ਕੀ ਆ, partners ਦੇ ਆਪਸ ਦੇ ਵਿੱਚ relation change ਹੁੰਦੇ ਆ, but in the firm partnership between all the partners of a firm comes to an end. ਡਿਸੋਲੂਸ਼ਨ ਆਫ ਫਰਮ ਦੇ ਵਿੱਚ ਕੀ ਹੈ, ਜਿਹੜੀ ਪਾਰਟਨਰਸ਼ਿਪ ਆ ਉਹ ਸਾਰੇ ਪਾਰਟਨਰਸ ਦੇ ਰਿਲੇਸ਼ਨ ਜਿਹੜੇ ਆ ਉਹ ਬਿਲਕੁਲ ਖਤਮ ਹੋ ਜਾਂਦੇ ਆ, ਐਂਡ ਹੋ ਜਾਂਦੇ ਆ। ਟਰਮੀਨੇਸ਼ਨ ਆਫ ਬਿਜ਼ਨਸ, ਡਿਸੋਲੂਸ਼ਨ ਆਫ ਪਾਰਟਨਰਸ਼ਿਪ ਦੇ ਵਿੱਚ ਬਿਜ਼ਨਸ ਟਰਮੀਨੇਟ ਨਹੀਂ ਹੁੰਦਾ, ਇਟ ਕੈਨ ਬੀ ਕੰਟੀਨਿਊਡ ਵਿਦ ਦ ਨਿਊ ਐਗਰੀਮੈਂਟ, ਬਟ ਇਨ ਦ ਡਿਸੋਲੂਸ਼ਨ ਆਫ ਫਰਮ ਬਿਜ਼ਨਸ ਵਿਲ ਨਾਟ ਕੰਟੀਨਿਊ। ਬਿਜ਼ਨਸ ਕੰਟੀਨਿਊ ਨਹੀਂ, ਸਭ ਕੁਛ ਤਾਂ ਵੇਚਤਾ, ਪੈਸੇ ਵੇਚਤੇ, ਲਾਇਬਿਲਿਟੀ ਪੇਡ ਆਫ ਕਰਤੀਆਂ, ਸੋ ਬਿਜ਼ਨਸ ਬਿਲਕੁਲ ਖਤਮ ਹੋ ਗਿਆ, ਅੱਗੇ ਕੰਟੀਨਿਊ ਨਹੀਂ ਹੋਏਗਾ। ਸੈਟਲਮੈਂਟ ਆਫ ਐਸਟਸ ਐਂਡ ਲਾਇਬਿਲਿਟੀ, ਪਾਰਟਨਰਸ਼ਿਪ ਜਦੋਂ ਡਿਜ਼ੋਲਵ ਹੁੰਦੀ ਆ, ਹੁਣ ਤੁਸੀਂ ਐਡਮਿਸ਼ਨ ਚੈਪਟਰ ਕੀਤਾ ਹੈ, ਰਿਟਾਇਰਮੈਂਟ ਕੀਤਾ ਹੈ, ਆਪਾਂ ਰੀਵੈਲੂਏਸ਼ਨ ਅਕਾਊਂਟ ਬਣਾਉਂਦੇ ਹਾਂ ਉਹਦੇ ਵਿੱਚ, ਕਿਉਂਕਿ ਸਾਰੀ ਐਸਟਸ ਦੀ ਵੈਲਿਊ ਜਿਹੜੀ ਆ ਰਿਵਾਈਜ਼ਡ ਹੁੰਦੀ ਆ, ਐਂਡ ਜਿਹੜੀ ਲਾਇਬਿਲਿਟੀ ਨੇ ਉਹ ਰੀਅਸੈਸਡ ਹੁੰਦੇ ਆ। ਬਟ ਇਨ ਦਾ ਡਿਸੋਲੂਸ਼ਨ ਆਫ ਦੀ ਫਰਮ ਐਸਟਸ ਆਰ ਰੀਅਲਾਈਜ਼ਡ ਐਂਡ ਲਾਇਬਿਲਿਟੀਜ਼ ਆਰ ਪੇਡ ਆਫ। ਇਹਦੇ ਵਿੱਚ ਆਪਾਂ ਰੀਵੈਲੂਏਸ਼ਨ ਨਹੀਂ, ਰੀਅਲਾਈਜੇਸ਼ਨ ਅਕਾਊਂਟ ਬਣਾਵਾਂਗੇ। Next is economic relationship among the partners. Economic relationship often changes. ਪਾਰਟਨਰਸ਼ਿਪ ਜਦੋਂ ਡਿਜ਼ੋਲਵ ਹੁੰਦੀ ਆ ਤੇ ਹਾਰਡਲੀ ਆਪਸ ਦੇ ਵਿੱਚ ਉਹਨਾਂ ਦੇ ਕੋਈ ਇਕੋਨਮਿਕ ਰਿਲੇਸ਼ਨ ਚੇਂਜ ਹੁੰਦੇ ਆ, ਬਟ ਇਨ ਦਾ ਕੇਸ ਆਫ ਫਰਮ ਡਿਸੋਲੂਸ਼ਨ ਇਕੋਨਮਿਕ ਰਿਲੇਸ਼ਨਸ਼ਿਪ ਕਮਸ ਟੂ ਐਨ ਐਂਡ। ਪ੍ਰੈਪਰੇਸ਼ਨ ਆਫ ਬੈਲੈਂਸ ਸ਼ੀਟ, ਪਾਰਟਨਰਸ਼ਿਪ ਜਦੋਂ ਡਿਜ਼ੋਲਵ ਹੁੰਦੀ ਹੈ, ਐਡਮਿਸ਼ਨ ਰਿਟਾਇਰਮੈਂਟ ਆ, ਤੁਸੀਂ ਰੀਵੈਲੂਏਸ਼ਨ ਅਕਾਊਂਟ ਬਣਾਇਆ, ਪਾਰਟਨਰਸ ਕੈਪੀਟਲ ਅਕਾਊਂਟ ਬਣਾਇਆ, ਐਂਡ ਆਫਟਰ ਦੈਟ ਨਿਊ ਬੈਲੈਂਸ ਸ਼ੀਟ ਇਜ਼ ਪ੍ਰੀਪੇਅਰਡ, ਬਟ ਇਨ ਦਾ ਡਿਸੋਲੂਸ਼ਨ ਬੈਲੈਂਸ ਸ਼ੀਟ ਇਜ਼ not prepared. Why? Because ਸਾਰੇ assets ਤੇ liabilities ਦੀ value ਹੁਣ zero ਹੋ ਚੁੱਕੀ ਆ, so we have no item to show in the balance sheet. Preparation of books of account. Now in the dissolution of partnership, revaluation account, capital account, cash account and the new balance sheet is prepared, but in dissolution of the firm, realization account, capital account and cash account is prepared. Modes of dissolution of firm. Now ਕਿੰਨੇ ਮਤਲਬ ਕੋਈ ਇਹੋ ਜਿਹੇ ਕੇਸਿਸ ਆ ਜਿਹਦੇ ਵਿੱਚ ਕੀ ਆ ਕਿ ਅਸੀਂ ਫਰਮ ਜਿਹੜੀ ਆ ਸਾਡੀ ਡਿਜ਼ੋਲਵ ਹੋ ਸਕਦੀ ਆ। ਸੋ ਫਸਟ ਇਜ਼ ਡਿਜ਼ੋਲੂਸ਼ਨ ਬਾਏ ਐਗਰੀਮੈਂਟ, ਐਗਰੀਮੈਂਟ ਦੇ ਥਰੂ ਡਿਜ਼ੋਲਵ ਹੋ ਸਕਦੀ ਆ। ਕੰਪਲਸਰੀ ਡਿਜ਼ੋਲੂਸ਼ਨ ਹੋ ਸਕਦਾ ਹੈ ਕਿ ਡਿਜ਼ੋਲਵ ਕਰਨਾ ਹੀ ਕਰਨਾ ਆ। ਔਨ ਦ ਹੈਪਨਿੰਗ ਆਫ ਸਰਟੇਨ ਕੰਟੀਨਜੈਂਸੀਜ਼, ਅਗਰ ਕੋਈ ਕੁਛ ਮਿਸ ਹੈਪਨਿੰਗ ਹੋ ਜਾਂਦੀ ਹੈ ਉਦੋਂ ਆਪਾਂ ਫਰਮ ਡਿਜ਼ੋਲਵ ਕਰ ਸਕਦੇ ਹਾਂ। ਡਿਜ਼ੋਲੂਸ਼ਨ ਬਾਏ ਨੋਟਿਸ, ਜਾਂ ਨੋਟਿਸ ਦੇ ਕੇ ਫਰਮ ਡਿਜ਼ੋਲਵ ਹੋ ਸਕਦੀ ਹੈ, ਔਰ ਬਾਏ ਦੀ ਕੋਰਟ। So first is dissolution by the agreement. A firm is dissolved with the consent of all the partners. ਜਦੋਂ ਸਾਰੇ ਪਾਰਟਨਰਸ ਐਗਰੀ ਹੋਣ ਕਿ ਹਾਂ ਬਿਜ਼ਨਸ ਨੂੰ ਡਿਜ਼ੋਲਵ ਕਰ ਦਿੱਤਾ ਜਾਏ, ਉਦੋਂ ਉਹਨੂੰ ਆਪਾਂ ਡਿਜ਼ੋਲਵ ਕਰ ਦਿੰਦੇ ਹਾਂ ਐਜ਼ ਪਰ ਦ ਟਰਮਸ ਆਫ ਦੀ ਪਾਰਟਨਰਸ਼ਿਪ ਐਗਰੀਮੈਂਟ। ਅਗਰ ਪਾਰਟਨਰਸ਼ਿਪ ਡੀਡ ਦੇ ਵਿੱਚ ਲਿਖਿਆ ਆ ਕਿ ਆਪਾਂ ਇੰਨੇ ਫਰਮ ਤੱਕ, ਇੰਨੇ ਟਾਈਮ ਪੀਰੀਅਡ ਤੱਕ ਆਪਾਂ ਫਰਮ ਆਪਣੀ ਕੈਰੀ ਔਨ ਕਰਨੀ ਆ, ਸੋ ਉਹਨੇ ਟਾਈਮ ਪੀਰੀਅਡ ਤੱਕ ਤੁਸੀਂ ਕੈਰੀ ਔਨ ਕਰੋਗੇ, ਆਫਟਰ ਦੈਟ ਇਟ ਵਿਲ ਬੀ ਸ਼ਟ ਡਾਊਨ। ਨੈਕਸਟ ਇਜ਼ ਕੰਪਲਸਰੀ ਡਿਜ਼ੋਲੂਸ਼ਨ। A firm is dissolved compulsorily in the following cases. ਕਦੋਂ ਕਦੋਂ ਕੰਪਲਸਰੀ ਹੁੰਦਾ ਆ? when the business of the firm becomes illegal. ਜਦੋਂ ਤੁਸੀਂ ਕੋਈ ਇਲੀਗਲ ਕੰਮ ਕਰ ਰਹੇ ਹੋ ਤੇ ਉਦੋਂ ਇਟਸ ਮੈਂਡੇਟਰੀ ਕਿ ਤੁਸੀਂ ਆਪਣਾ ਬਿਜ਼ਨਸ ਸ਼ਟ ਡਾਊਨ ਕਰ ਦਿਓ। when all the partners or all except one becomes insolvent, ਜਾਂ ਤਾਂ ਸਾਰੇ ਪਾਰਟਨਰਸ ਕਰਜ਼ਾਈ ਹੋ ਜਾਂਦੇ ਆ, ਜਾਂ ਫਿਰ ਇੱਕ ਨੂੰ ਛੱਡ ਕੇ ਬਾਕੀ ਰਿਮੇਨਿੰਗ ਪਾਰਟਨਰਸ ਅਗਰ ਇਨਸੋਲਵੈਂਟ ਹੋ ਜਾਂਦੇ ਆ, ਦੈਨ ਵੀ ਕੰਪਲਸਰੀ ਡਿਜ਼ੋਲੂਸ਼ਨ ਹੁੰਦਾ ਆ। when all the partners or all except one decide to retire from the firm, ਜਾਂ ਤੇ ਸਾਰੇ ਪਾਰਟਨਰ ਡਿਸਾਈਡ ਕਰ ਲੈਣ ਕਿ ਅਸੀਂ ਫਰਮ ਤੋਂ ਰਿਟਾਇਰ ਹੋ ਰਹੇ ਹਾਂ, ਔਰ ਐਕਸੈਪਟ ਵਨ, ਸਿਰਫ ਇੱਕ ਪਾਰਟਨਰ ਨਹੀਂ ਚਾਹ ਰਿਹਾ, ਬਾਕੀ ਸਾਰੇ ਰਿਟਾਇਰ ਹੋਣਾ ਚਾਹ ਰਹੇ ਆ, ਉਦੋਂ ਵੀ ਫਰਮ ਡਿਜ਼ੋਲਵ ਹੋ ਜਾਂਦੀ, ਕਿਉਂਕਿ ਇੱਕ ਪਾਰਟਨਰ ਕਿਹੜਾ ਪਾਰਟਨਰਸ਼ਿਪ ਫਰਮ ਨੂੰ ਕੈਰੀ ਕਰ ਸਕਦਾ ਆ। when all the partners or all except one die. Similarly in the death case also, ਜਾਂ ਤੇ ਸਾਰੇ ਪਾਰਟਨਰ ਡੈਥ ਹੋ ਜਾਂਦੀ ਹੈ, ਔਰ ਐਕਸੈਪਟ ਵਨ ਕਿ ਇੱਕ ਬਚਿਆ, ਬਾਕੀ ਸਾਰਿਆਂ ਦੀ ਡੈਥ ਹੋ ਗਈ। ਔਨ ਦੀ ਹੈਪਨਿੰਗ ਆਫ ਸਰਟੇਨ ਕੰਟੀਨਜੈਂਸੀਜ਼, ਹੁਣ ਅਗਰ ਕੁਛ ਨਾ ਕੁਛ ਈਵੈਂਟ ਜਦੋਂ ਹੁੰਦੇ ਆ ਉਦੋਂ ਫਰਮ ਡਿਜ਼ੋਲਵ ਕੀਤੀ ਜਾਂਦੀ ਆ। ਫੋਰ ਐਗਜ਼ਾਮਪਲ ਇਫ ਦਾ ਕੰਸਟੀਟਿਊਟਿਡ ਫਾਰ ਫਿਕਸ ਪੀਰੀਅਡ ਬਾਈ ਦ ਐਕਸਪਾਇਰੀ ਆਫ ਦੈਟ ਟਰਮ, ਅਗਰ ਉਹ ਟਾਈਮ ਪੀਰੀਅਡ ਐਕਸਪਾਇਰ ਹੋ ਜਾਂਦਾ ਹੈ ਦੈਨ ਇਟ ਇਜ਼ ਡਿਜ਼ੋਲਵ
if constituted to carry out one or more ventures by the completion thereof। ਜਦੋਂ ਆਪਾਂ ਇੱਕ ਤੋਂ more than one ventures ਵਿੱਚ indulge ਹੋ ਜਾਂਦੇ ਹਾਂ ਕਿ compete ਕਰਨ ਲਈ, then also the firm get dissolved, or the by the death of the partner ਦੀ death ਹੋ ਗਈ, or by the declaration of the partner as an insolvent। ਜਾਂ ਫਿਰ ਜਦੋਂ ਪਾਰਟਨਰ ਖੁਦ ਡਿਕਲੇਅਰ ਕਰਦੇ ਕਿ ਆਈ ਐਮ ਇੰਸੋਲਵੈਂਟ ਦਾ ਮਤਲਬ ਕਿ ਕਰਜ਼ਾ ਹੈ ਮੇਰੇ ਸਿਰ 'ਤੇ, ਮੈਂ ਪੂਰਾ ਨਹੀਂ ਕਰ ਸਕਦਾ, ਦੇ ਨਹੀਂ ਸਕਦਾ, ਸੋ ਉਸ ਟਾਈਮ ਦੇ ਵਿੱਚ ਵੀ ਉਹ ਫਰਮ ਡਿਸੋਲਵ ਹੋ ਜਾਂਦੀ ਹੈ। Dissolution by the notice: in case of the partnership at will, the firm may be dissolved if any one of the partners gives a notice in writing to the other partners signifying his intention to dissolve the firm। ਜਦੋਂ ਇੱਕ ਪਾਰਟਨਰ ਇਨ ਦਾ ਕੇਸ ਆਫ ਪਾਰਟਨਰਸ਼ਿਪ ਐਟ ਵਿਲ, ਜਦੋਂ ਪਾਰਟਨਰਸ਼ਿਪ ਐਟ ਵਿਲ ਹੈ, ਵਿਲ ਦਾ ਮਤਲਬ ਕਿ ਜਦੋਂ ਤੁਸੀਂ ਚਾਹੋ ਜੋ ਚਾਹੋ ਕਰ ਸਕਦੇ ਹੋ, ਸੋ ਉਦੋਂ ਇੱਕ ਪਾਰਟਨਰ ਵਨ ਆਫ ਦਾ ਪਾਰਟਨਰ ਮਤਲਬ ਕੋਈ ਵੀ ਇੱਕ ਪਾਰਟਨਰ ਜਿਹੜਾ ਆ ਨੋਟਿਸ ਦੇ ਸਕਦਾ ਆ ਟੂ ਦਾ ਅਦਰਸ ਦੈਟ ਦਾ ਫਰਮ ਜਿਹੜੀ ਆ ਉਹ ਡਿਜ਼ੋਲਵ ਕਰਨਾ ਚਾਹੁੰਦਾ ਆ ਜਾਂ ਡਿਜ਼ੋਲਵ ਕਰ ਦੇਣੀ ਚਾਹੀਦੀ ਹੈ। ਸੋ ਬਾਈ ਗਿਵਿੰਗ ਅ ਨੋਟਿਸ ਦਾ ਫਰਮ ਗੈਟ ਡਿਜ਼ੋਲਵ। ਲਾਸਟ ਇਜ਼ ਦੀ ਡਿਜ਼ੋਲੂਸ਼ਨ ਬਾਏ ਦਾ ਕੋਰਟ। ਹੁਣ ਜਦੋਂ ਕੋਰਟ ਤੋਂ ਆਰਡਰ ਹੁੰਦਾ ਹੈ ਕਿ ਹਾਂ ਫਰਮ ਨੂੰ ਡਿਜ਼ੋਲਵ ਕਰ ਦਿੱਤਾ ਜਾਏ, ਉਹ ਕਿਹੜੇ ਕਿਹੜੇ ਕੇਸਿਸ ਨੇ ਜਦੋਂ ਮਤਲਬ ਕਿ ਫਰਮ ਨੂੰ ਆਰਡਰ ਹੁੰਦਾ ਹੈ ਕੋਰਟ ਵੱਲੋਂ ਕਿ ਦਾ ਫਰਮ ਸ਼ੁੱਡ ਗੈਟ ਡਿਜ਼ੋਲਵ। ਵੈਨ ਅ ਪਾਰਟਨਰ ਬਿਕਮਸ ਆਫ ਅਨਸਾਊਂਡ ਮਾਈਂਡ, ਜਦੋਂ ਪਾਰਟਨਰ ਅਨਸਾਊਂਡ ਮਾਈਂਡ ਦਾ ਹੋ ਜਾਂਦਾ, ਮਤਲਬ ਜਦੋਂ ਉਹਦਾ ਮੈਂਟਲੀ ਅਪਸੈਟ ਹੋ ਜਾਂਦਾ, ਉਹਦਾ ਦਿਮਾਗ ਕੰਮ ਨਹੀਂ ਕਰਦਾ ਜਾਂ ਫਿਰ ਉਹਦੀ ਮੈਮਰੀ ਵੀਕ ਹੋ ਜਾਂਦੀ ਆ। ਵੈਨ ਅ ਪਾਰਟਨਰ ਬਿਕਮਸ ਪਰਮਾਨੈਂਟਲੀ ਇਨਕੈਪੇਬਲ ਆਫ ਪਰਫੋਰਮਿੰਗ ਹਿਸ ਡਿਊਟੀ ਐਜ਼ ਅ ਪਾਰਟਨਰ, ਜਾਂ ਫਿਰ ਉਹ ਆਪਣੀ ਡਿਊਟੀਜ਼ ਵਧੀਆ ਤਰੀਕੇ ਦੇ ਨਾਲ ਪਰਫੋਰਮ ਨਹੀਂ ਕਰ ਪਾ ਰਿਹਾ, ਹੀ ਇਜ਼ ਇਨਕੈਪੇਬਲ। ਵੈਨ ਦਾ ਪਾਰਟਨਰ ਟਰਾਂਸਫਰ ਹੋਲ ਆਫ ਹਿਜ਼ ਇੰਟਰਸਟ ਇਨ ਦਾ ਫਰਮ ਟੂ ਅ ਥਰਡ ਪਾਰਟੀ, ਜਦੋਂ ਪਾਰਟਨਰ ਆਪਣਾ ਸਾਰਾ ਰਾਈਟਸ, ਆਪਣਾ ਸਾਰਾ ਇੰਟਰਸਟ ਕਿਸੇ ਥਰਡ ਪਰਸਨ ਨੂੰ ਹੈਂਡ ਓਵਰ ਕਰ ਦਿੰਦਾ ਆ, ਉਦੋਂ ਆਰਡਰਸ ਆ ਜਾਂਦੇ ਆ ਕੋਰਟ ਦੇ। ਵੈਨ ਦਾ ਬਿਜ਼ਨਸ ਆਫ ਦਾ ਫਰਮ ਇਜ਼ ਕੈਨ ਨਾਟ ਬੀ ਕੈਰੀਡ ਔਨ ਐਟ ਲੋਸ, ਜਦੋਂ ਆਪਾਂ ਨਹੀਂ ਚਾਹੁੰਦੇ ਕਿ ਸਾਡਾ ਬਿਜ਼ਨਸ ਲੋਸ 'ਤੇ ਚੱਲਦਾ ਰਹੇ। ਕਈ ਵਾਰੀ ਹੁੰਦਾ ਨਾ ਕਿ ਇੱਕ ਸਾਲ ਆਪਾਂ ਪ੍ਰੋਫਿਟ ਕਮਾਇਆ, ਨੈਕਸਟ ਈਅਰ ਲੋਸ ਹੋਇਆ, ਥਰਡ ਈਅਰ ਫਿਰ ਲੋਸ ਹੋਇਆ, ਅਤੇ ਉਸ ਕੇਸ ਦੇ ਵਿੱਚ ਸਾਡੇ ਕੋਲ ਇੰਨੀ ਗੁੰਜਾਇਸ਼ ਨਹੀਂ ਹੈ ਕਿ ਆਪਾਂ ਉਹਨੂੰ ਲੋਸ 'ਤੇ ਕੈਰੀ ਔਨ ਰੱਖੀਏ, ਕਿਉਂਕਿ ਇੰਨਾ ਲੋਸ ਫਿਰ ਕਿੱਥੋਂ ਰਿਕਵਰ ਕਰੋਗੇ। ਵੈਨ ਦਾ ਪਾਰਟਨਰ ਕਮਿਟਸ ਬ੍ਰੀਚ ਆਫ ਐਗਰੀਮੈਂਟ ਰਿਲੇਟਿੰਗ ਟੂ ਦਾ ਮੈਨੇਜਮੈਂਟ, ਜਦੋਂ ਪਾਰਟਨਰ ਕਹਿ ਦਿੰਦਾ ਕਿ ਹਾਂ ਐਗਰੀਮੈਂਟ ਜਿਹੜਾ ਆ ਇਹ ਮਤਲਬ ਜਿਹੜਾ ਵੀ ਐਗਰੀਮੈਂਟ ਬਣਾਇਆ ਹੁੰਦਾ ਆ ਉਸ ਐਗਰੀਮੈਂਟ ਨੂੰ ਉਹ ਇਨ ਬਿਟਵੀਨ ਕੈਂਸਲੇਸ਼ਨ ਕਰ ਦੇ। ਵੈਨ ਔਨ ਐਨੀ ਗਰਾਊਂਡ ਦਾ ਕੋਰਟ ਰਿਗਾਰਡ ਡਿਜ਼ੋਲੂਸ਼ਨ ਟੂ ਬੀ ਜਸਟ ਐਂਡ ਇਕੁਇਟੇਬਲ, ਜਦੋਂ ਕੋਰਟ ਨੂੰ ਲੱਗਦਾ ਹੈ ਕਿ ਹਾਂ ਇਹ ਜ਼ਰੂਰੀ ਆ, ਇਟ ਇਜ਼ ਮਸਟ ਕਿ ਫਰਮ ਡਿਜ਼ੋਲਵ ਕਰ ਦਿੱਤੀ ਜਾਏ, ਦੈਨ ਉਦੋਂ ਵੀ ਫਰਮ ਜਿਹੜੀ ਆ ਡਿਜ਼ੋਲਵ ਹੋ ਜਾਂਦੀ ਆ। ਸੋ these are the reasons ਜਿਹਦੇ ਕਰਕੇ ਫਰਮ ਡਿਜ਼ੋਲਵ ਹੋਣ ਦੇ ਚਾਂਸਿਸ ਆ, ਐਂਡ the decision is taken by the court।